हाँ जी, ਅਸੀਂ ਜੀ ਰਹਿੰਦੇ ਫਿਰੋਜ਼ਪੁਰ ਦੇ ਜ਼ਿਲ੍ਹੇ 'ਚ। ਜ਼ਿਲ੍ਹਾ ਫਿਰੋਜ਼ਪੁਰ। ਹਾਂਜੀ, ਪਿੰਡ ਸਾਡਾ ਚੱਕ ਮਰੀਦ ਮੰਦੀਰ ਮਦੀਰ। ਚੱਕ। ਅੱਛਾ। ਤੇ ਸਿੱਖਾਂ ਦੇ ਵਿੱਚ ਰਲ ਕੇ ਚੱਲਦੇ ਸੀ, ਉਦੋਂ ਬਹਿੰਦੇ ਸੀ ਚੱਕ। मैं हाँ हाफिज़ खालिद ते अज तुहानूं पंजाबी विरसा प्रोग्राम दे विच लैके आए हैं डिस्ट्रिक्ट पाकपतन दी तहसील आरिफाला दा करीबी इलाका एल ब्लॉक दे जिस घराने अंदर असीं मौजूद हाँ। तुसीं देख रहे हो मेरे पिछे 3 बजुर्ग खवातीन मौजूद ने। इन्हां दी दास्तान, इन्हां दी कहानी कितनी दर्दनाक आ। सानूं सुन के दुख होया। वाइस ऑफ पंजाब दी टीम जदों इत्थे पहुंची, इन्हां दे घरेलू हालात देखे असीं, इन्हां दी जिंदगी दे बारे कुछ गल्लां पुछीआं। अज तुहानूं सुणावांगे इन्हां दी जुबानी और तुहानूं ये भी दसांगे कि पाकिस्तान दे अंदर जिहड़ी बंदर बांट हो रही है, जिंदे विच एहसास प्रोग्राम दे पैसे, बेनज़ीर इनकम सपोर्ट दे पैसों के नाल नाल इस मुल्क दे विच महकमा उशर ज़कात कमेटी के जिहड़े चेयरमैन बनाए गए हैं मुख्तलिफ इलाकों के विच, वो लोगों नूं किवें अपनी दित्ती हुई ज़कात दे रहे हैं। तुहाडी मुलाकात करवाने हैं इस घराने दे नाल और सुनाउने हैं इन्हां दे हाल। अस्सलाम वालेकुम माँ जी। वालेकुम सलाम जी। माँ जी की हाल है? चंगे आ पुत्त जी। आए नूं। माँ जी तुहाडा नाम की है? नाजरा जी। हाँ जी, नाजरा। हाँ जी। माँ जी सानू पता लग्या, साडी टीम नूं पता लग्या कि तुसीं इस इलाके 'च रहिंदे पए हो और तुहाडा कमाउण वाला कोई भी मर्द नहीं हैगा, इवें ही है जी? नहीं जी, कोई भी नहीं। तुहाडी उम्र कितनी है इस टाइम मौजूदा? ਅਸੀਂ ਜੀ, ਮੈਂ ਹਿੰਦੁਸਤਾਨ ਦੇ ਵਿੱਚ 16 ਸਾਲ ਦੀ ਸੀ, 15-16 ਸਾਲ ਦੀ। ਜਦੋਂ ਤੁਸੀਂ ਇੰਡੀਆ 'ਚ ਆਏ ਹੋ ਤਾਂ 16 ਸਾਲ ਦੇ ਸੀ? ਹਾਂ, ਇੰਨੀ ਗਾ ਤੁਸੀਂ ਲਾ ਲਓ। ਤੇ ਮਾਂ ਜੀ ਮੈਨੂੰ ਪਤਾ ਲੱਗਿਆ ਕਿ ਤੁਹਾਡੀਆਂ ਅੱਖਾਂ ਵੀ ਨਹੀਂ ਨਬੀਨੇ ਹੋ। ਇਹ ਨਬੀਨੇ ਤੁਸੀਂ ਕੁਦਰਤੀ ਹੋ ਜਾਂ ਬਾਅਦ 'ਚ ਹੋਏ ਹੋ? ਨਹੀਂ ਜੀ, ਬਾਅਦ 'ਚ ਹੋਏ। ਕਿੰਨੀ ਕੁ ਦੇਰ ਹੋ ਗਈ ਤੁਸੀਂ ਇਹ? 30-35 ਸਾਲ ਹੋ ਹੀ ਗਏ। ਅੱਖਾਂ ਨਹੀਂ ਹੈਗੀਆਂ ਤੁਹਾਡੀਆਂ? ਅੱਖਾਂ ਨਾਲ ਅੱਖਾਂ ਤੋਂ ਬੈਠੀ ਨੂੰ। ਤੇ ਮਾਂ ਜੀ ਇੰਡੀਆ 'ਚ ਕਿਹੜੇ ਇਲਾਕੇ 'ਚ ਰਹਿੰਦੇ ਸੀ? ਤੁਹਾਨੂੰ ਕਿ ਆਪਦੇ ਇਲਾਕੇ ਦਾ ਨਾਂ ਯਾਦ ਆ? ਹਾਂਜੀ, ਅਸੀਂ ਜੀ ਰਹਿੰਦੇ ਫਿਰੋਜ਼ਪੁਰ ਦੇ ਜ਼ਿਲ੍ਹੇ 'ਚ। ਜ਼ਿਲ੍ਹਾ ਫਿਰੋਜ਼ਪੁਰ। ਹਾਂਜੀ, ਪਿੰਡ ਸਾਡਾ ਚੱਕ ਮੰਦੀਰ ਚੱਕ। ਅੱਛਾ। ਤੇ ਸਿੱਖਾਂ ਦੇ ਵਿੱਚ ਰਲ ਕੇ ਚੱਲਦੇ ਸੀ, ਉਦੋਂ ਬਹਿੰਦੇ ਸੀ ਫਿਰ ਬਸਦੇ ਸੀ। ਤੁਹਾਡੇ ਪਿੰਡ 'ਚ ਜ਼ਿਆਦਾ ਘਰ ਸਿੱਖਾਂ ਦੇ ਸੀ? ਹਾਂ, ਸਿੱਖ ਵੀ ਬਹੁਤ ਸੀ ਤੇ ਮੁਸਲਮਾਨ ਵੀ ਹੈਗੇ ਸੀ ਤੇ ਰਲ ਕੇ ਚੱਲਦੇ ਸੀ। ਤੇ ਮਾਂ ਜੀ ਤੁਸੀਂ ਉਦੋਂ 16 ਸਾਲ ਤੁਹਾਡੀ ਉਮਰ ਸੀ, ਤੁਹਾਨੂੰ ਤੇ ਉਹ ਸਾਰਾ ਵਕਤ ਯਾਦ ਹੋਏਗਾ? ਹਾਂਜੀ, ਕੋਈ ਯਾਦ ਵੀ, ਕੋਈ ਭੁੱਲ ਵੀ ਗਏ ਬੱਚਾ। ਤੇ ਮਾਂ ਜੀ ਤੁਹਾਡੇ ਨਾਲ ਸਿੱਖ ਉੱਥੋਂ ਦੇ ਜਿਹੜੇ ਉਸ ਟਾਈਮ ਰਹਿੰਦੇ ਸੀ ਇੰਡੀਆ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ, ਉਹ ਤੁਹਾਡੇ ਨਾਲ ਸਲੂਕ ਕਿਵੇਂ ਦਾ ਕਰਦੇ ਸੀ? ਸਲੂਕ ਬਸ ਆ ਮਿਹਨਤ ਮਜ਼ਦੂਰੀ ਸੀ ਉਹਨਾਂ ਦੀ ਕਰਦੇ ਸੀ। ਅੱਛਾ। ਹੋਰ ਸਲੂਕ ਕਰਦਾ ਉਹਨਾਂ, ਹੋਰ ਸਾਨੂੰ ਉਹ ਦਾਣੇ ਐਵੇਂ ਨਹੀਂ ਸੀ ਦਿੰਦੇ ਬੱਚਾ, ਜਿਵੇਂ ਇੱਥੇ ਮਿਹਨਤ ਮਜ਼ਦੂਰੀ ਕਰਦੇ ਤੇ ਆਪਾਂ ਫਿਰ ਆਪਾਂ ਨੂੰ ਮਿਹਨਤ ਮਿਲਦੀ ਆ, ਇਵੇਂ ਉਹ ਸਾਡੇ ਸਲੂਕ ਕਰਦੇ ਸੀ। ਤੇ ਮਾਂ ਜੀ ਤੁਹਾਨੂੰ ਉੱਥੋਂ ਦੇ ਜਿਹੜੇ ਤੁਹਾਡੇ ਹਮਸਾਏ ਸੀ, ਗੁਆਂਢੀ ਸੀ, ਉਹਨਾਂ ਦੇ ਨਾਮ ਯਾਦ ਨੇ? ਨਹੀਂ, ਉਹਨਾਂ ਦੇ ਨਾਂ ਨਹੀਂ ਮੈਨੂੰ ਯਾਦ ਬੱਚਾ। ਤੇ ਮਾਂ ਜੀ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਤੇ ਤੁਹਾਡੇ ਨਾਲ ਘਰ ਦੇ ਕਿੰਨੇ ਅਫਰਾਦ ਜਿਹੜੇ ਪਾਕਿਸਤਾਨ ਆਏ ਨੇ? ਸਾਰੇ ਜਿਹੜੇ ਨਾਲ ਆਏ। ਹਾਂਜੀ। ਪਿੰਡ 'ਚ ਤਾਂ ਉੱਠ ਕੇ? ਨਹੀਂ ਜੀ, ਤੁਹਾਡੇ ਖਾਨਦਾਨ ਦੇ, ਤੁਹਾਡੀ ਫੈਮਿਲੀ ਦੇ? ਸਾਡੇ ਖਾਨਦਾਨ ਦਾ ਸਭ ਬੱਚਾ। 2 ਮੇਰੇ ਭਰਾ ਸੀ ਛੋਟੇ, ਵੱਡਾ ਭਰਾ ਸਾਡਾ ਉੱਥੇ ਹਿੰਦੁਸਤਾਨ 'ਚ ਮਾਰਿਆ ਗਿਆ ਸੀਗਾ। ਮਾਰਿਆ ਗਿਆ ਸੀ? ਹਾਂ, ਮਾਰ ਗਿਆ ਸੀਗਾ ਅਮਨ 'ਚ। ਯਾਨੀ ਕਿ ਉਹ ਕੁਦਰਤੀ ਫੌਤ ਹੋ ਗਏ? ਹਾਂ, ਉਹ ਕੁਦਰਤੀ ਫੌਤ ਹੋ ਗਿਆ। ਤੇ ਅਸੀਂ 2 ਮੇਰੇ ਭਰਾ ਸੀ, ਇੱਕ ਮੈਂ ਸੀ, ਇੱਕ ਮੇਰੀ ਮਾਈ ਸੀ ਤੇ ਮੇਰਾ ਬਾਪ ਸੀ ਵਡੇਰੀ ਉਮਰ ਦਾ। ਉਹ ਉੱਥੇ ਬੰਗਲੇ ਆ ਕੇ ਫੌਤ ਹੋ ਗਿਆ, ਸਿੱਖਾਂ ਨੇ ਮਾਰਤਾ। ਯਾਨੀ ਉਹ ਸਿੱਖਾਂ ਨੇ ਮਾਰਿਆ? ਹਾਂ, ਉਹ ਸਿੱਖਾਂ ਨੇ ਮਾਰਤਾ। ਜਦੋਂ ਉਹਨਾਂ ਨੂੰ ਮਾਰਿਆ ਤੁਸੀਂ ਕੋਲ ਸੀ? ਨਹੀਂ ਜੀ। ਤੁਸੀਂ ਉਹਨਾਂ ਦੀ ਆਖਰੀ ਦੀਦਾਰ, ਆਖਰੀ ਵਾਰੀ ਦੇਖਿਆ ਉਹਨਾਂ ਨੂੰ? ਨਹੀਂ, ਕੋਈ ਸਾਨੂੰ ਨਹੀਂ। ਤੁਹਾਨੂੰ ਕਿਹਨੇ ਦੱਸਿਆ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ? ਉਹ ਭੱਜੀ ਹੋਈ ਦੁਨੀਆ ਸਾਰੀ ਪਤਾ ਲੱਗ ਜਾਂਦਾ, ਫਿਰ ਫਲਾਣਾ ਮਾਰਤਾ, ਫਲਾਣਾ ਮਾਰਤਾ, ਸਾਨੂੰ ਇਉਂ ਪਤਾ ਲੱਗਿਆ। ਤੇ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਤੇ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਵਾਹਵਾ ਲੋਕ ਸੀ? ਬਸ ਉਹ ਐਵੇਂ ਸੀ ਜਿਵੇਂ ਆਪਾਂ ਬੈਠੇ ਆਪਣੇ ਘਰ ਆਏ, ਇਵੇਂ ਬਸ ਆਪਣੇ ਘਰ ਆਪਦੇ ਹੈਗੇ ਸੀ ਬਸ ਐਵੇਂ। ਤੁਸੀਂ ਪੈਦਲ ਆਏ, ਤੁਰ ਕੇ ਆਏ ਹੋ ਜਾਂ ਗੱਡੀ ਗੁੱਡੀ? ਪੈਦਲ ਭੱਜ ਕੇ ਤੁਰ ਕੇ ਆਏ, ਮਾਰੀ ਦੇ ਕੁੱਟੀ ਦੇ ਤੁਰ ਕੇ ਆਏ ਬੱਚਾ। ਤੇ ਨਹਿਰਾਂ ਦੇ ਵਿੱਚ ਲੋਥਾਂ ਤੇ ਕੀ ਕੁਛ ਹੋਈ ਸੀਗਾ, ਪਾਣੀ ਸੀ ਲੱਭਦਾ ਹੁੰਦਾ, ਜਿੱਥੇ ਵੇਖਣਾ ਉੱਥੇ ਖੂਨ, ਜਿੱਥੇ ਵੇਖਣਾ ਉੱਥੇ ਖੂਨ ਤੇ ਲੋਥਾਂ, ਨਹਿਰਾਂ ਭਰੀਆਂ ਹੁੰਦੀਆਂ ਸੀ ਲੋਥਾਂ ਨਾਲ। ਮਾਂ ਜੀ ਤੁਹਾਨੂੰ ਅੱਜ ਵਕਤ ਯਾਦ ਆਉਂਦਾ? ਹਾਂਜੀ, ਬੜਾ ਯਾਦ ਆਉਂਦਾ।
ਸਹੀ। ਤੇ ਪਾਕਿਸਤਾਨ ਤੁਸੀਂ ਆ ਕੇ ਕਿਹੜੇ ਸ਼ਹਿਰ 'ਚ ਸਭ ਤੋਂ ਪਹਿਲਾਂ ਰੁਕੇ ਸੀ? ਅਸੀਂ ਪਹਿਲਾਂ ਦਰਿਆ ਤੇ ਆਏ ਆ ਸਤਲੁਜ ਤੇ ਹੈ ਸੁਲੇਮਾਨ ਨਾਲ ਹੈਡ ਸੁਲੇਮਾਨ ਕੀ? ਹਾਂ ਹੈ ਸੁਲੇਮਾਨ ਆਏ ਬੰਗਲਾਦੇਸ਼ ਦੇ। ਅੱਛਾ। ਬੰਗਲਾਦੇਸ਼ ਸਾਨੂੰ ਘੇਰਾ ਪਿਆ ਹੀ, ਬੰਗਲਾਦੇਸ਼ ਸਾਰੀ ਦੁਨੀਆ ਮਰੀ ਆ ਉੱਥੋਂ। ਅਸੀਂ ਉੱਥੋਂ ਸਾਡਾ ਬਾਪ ਨਹੀਂ ਸਾਨੂੰ ਪਤਾ ਲੱਗਿਆ ਕਿਹੜੇ ਪਾਸੇ ਕੋਈ ਗਿਆ ਤੇ ਕਿੱਥੇ ਵਿਚਾਰਾ ਮਰਿਆ ਜਾਂ ਨਹੀਂ ਮਰਿਆ, ਸਾਨੂੰ ਕੋਈ ਪਤਾ ਨਹੀਂ। ਅਜੇ ਤੱਕ ਕੋਈ ਇਲਮ ਨਹੀਂਗਾ? ਹਾਂ ਨਹੀਂ ਕੋਈ ਇਲਮ ਨਹੀਂ, ਜੋ ਇਲਮ ਉਹ ਵਜ੍ਹਾ ਹੈ ਹੀ ਨਹੀਂ। ਮਾਂ ਜੀ ਤੁਸੀਂ ਜਦੋਂ ਉੱਥੋਂ ਆਏ ਹੋ ਤੁਹਾਡੀ ਉਮਰ ਤਕਰੀਬਨ 16 ਸਾਲ ਸੀ, ਹਾਂ। ਹੁਣ ਤੁਹਾਡੀ ਉਮਰ ਤਕਰੀਬਨ 100 ਸਾਲ ਤੋਂ ਉੱਤੇ ਆ। ਹਾਂਜੀ। ਤੇ ਮਾਂ ਜੀ ਤੁਹਾਡੇ ਕਿੰਨੇ ਬੱਚੇ ਨੇ? ਬੱਚੇ 2 ਬੱਚੇ ਆ ਤੇ 3 ਬੱਚੀਆਂ। ਬੱਚੇ ਕਿੱਥੇ ਨੇ? ਹਾਂ ਬੱਚੇ ਇੱਕ ਤਾਂ ਰਹਿੰਦਾ ਆਪਦੇ ਇੱਥੇ ਅਕਪਾਟਲਾ ਨਾ ਅੱਛਾ ਜੀ। ਨੱਤੀ ਚੱਕ ਚ ਰਹਿੰਦਾ। ਹਾਂਜੀ। ਤੇ ਇੱਕ ਰੂਨਾਬਾਦ ਰਹਿੰਦਾ, ਉਹਦੀਆਂ ਧੀਆਂ 7 ਬਿਮਾਰੀ ਵਿਚਾਰਾ ਸਿਮਰਨ ਤਾਂ ਬਿਮਾਰੀ ਰਹਿੰਦਾ। ਉਹ ਵੀ ਬਿਮਾਰ ਆ? 7 ਧੀਆਂ ਹੁੰਦੀਆਂ? 7 ਧੀਆਂ ਉਹਦੀਆਂ। ਤੇ ਇਹ ਤੁਹਾਡੀਆਂ ਦੋਵੇਂ ਬੇਟੀਆਂ ਨੇ? ਹਾਂਜੀ। ਤੇ ਇਹ ਤੁਹਾਡੇ ਨਾਲ ਰਹਿੰਦੀਆਂ ਪਈਆਂ ਇੱਥੇ? ਹਾਂਜੀ। ਤੇ ਤੁਹਾਡੇ ਘਰ ਤੇ ਖਾਵੰਦ ਹੀ ਕੋਈ ਨਹੀਂ, ਇਹਨਾਂ ਦੇ ਖਾਵੰਦ ਵੀ ਕੋਈ ਨਹੀਂ ਗਈ, ਤੁਹਾਡੇ ਮੀਆਂ ਉੱਥੇ ਵਾਲ ਸਾਹਿਬ ਮਾਰੇ ਗਏ, ਹਾਂਜੀ। ਤੇ ਤੁਹਾਡਾ ਘਰ ਦਾ ਗੁਜ਼ਰ ਬਸਰ ਨਿਜ਼ਾਮ ਕਿਵੇਂ ਚੱਲਦਾ ਹੈ? ਬਸ ਮੈਂ ਕਿਸੇ ਦੇ ਭਾਂਡਾ ਮਾਰ ਲਿਆ, ਕਿਸੇ ਦੀ ਧੀਰਤ ਹੋ ਜਾਂਦਾ, ਬਸ ਮਿਹਨਤ ਮਜ਼ਦੂਰੀ ਆਈ ਬੱਚਾ ਲੱਭ ਕੇ ਖਾ ਲੈਣੇ ਸਭ ਰਹੇ। ਅੱਗੇ ਤਾਂ ਕਰਦੇ ਸੀ, ਹੁਣ ਹੁੰਦੇ ਹੀ ਨਹੀਂ। ਹੁਣ ਬਿਮਾਰ ਬਹੁਤ ਹੋ ਗਏ। ਤੇ ਮਾਂ ਜੀ ਫਾਕੇ ਵੀ ਕੱਟਦੇ ਹੋ? ਹਾਂਜੀ ਫਾਕੇ ਵੀ ਕੱਟਦੇ, ਨਹੀਂ ਵੀ ਲੱਭਦੀ ਨਹੀਂ ਵੀ ਕਿਸੇ ਵੇਲੇ ਬਾਲ ਲੱਭਦੀ। ਮਾਂ ਜੀ ਤੁਹਾਡਾ ਐਡਾ ਵੱਡਾ ਮੁਹੱਲਾ, ਤੁਹਾਡੇ ਮੁਹੱਲੇ ਤੁਹਾਡੇ ਨਾਲ ਤਾਵਨ ਕਿੰਨਾ ਕੁ ਕਰਦੇ ਨੇ? ਮਹੱਲੇ ਬਾਅਦ ਤਾਂ ਬੜਾ ਸਾਡੇ ਵਰਗੇ ਵਿਚਾਰੇ ਜੇ ਕਿਤੇ ਹੁੰਦੇ ਤਾਂ ਕੋਈ ਦੇ ਜਾਂਦਾ, ਕੋਈ ਭੋਰਾ ਨਹੀਂ ਨਹੀਂ ਤਾਂ ਯਾਨੀ ਜਦੋਂ ਕਿ ਮੁਹੱਲੇ ਵਾਲੇ ਵੀ ਸਾਰੇ ਵਿਚਾਰੇ ਤੁਹਾਡੇ ਲੱਗੇ ਮਿਡਲ ਮੈਨ ਹੀ ਨੇ? ਹਾਂ ਇਹੋ ਜਿਹੇ ਸਾਰੇ। ਠੀਕ ਹੋ ਗਿਆ। ਮਾਂ ਜੀ ਤੁਹਾਨੂੰ ਬੇਨਜ਼ੀਰ ਇਨਕਮ ਸਪੋਰਟ ਦੇ ਕੋਈ ਪੈਸੇ ਮਿਲੇ ਹੋਣ, ਤੁਹਾਨੂੰ ਕੋਈ ਕਾਰਡ ਮਿਲਿਆ ਹੋਵੇ? ਕੋਈ ਨਹੀਂ ਮਿਲਿਆ, ਮਿਲਿਆ ਤੇ ਅੱਗੇ ਕੋਈ ਨਹੀਂ ਮਿਲਿਆ ਕਿ ਪਰਚੀ ਦੇ ਲੰਮੀ ਜੀ ਉਦੋਂ ਲਿਖ ਕੇ ਦੇ ਗਏ ਸੀ, ਸਾਨੂੰ ਕੋਈ ਆਨਾ ਨਹੀਂ ਮਿਲਿਆ ਬੇਨਜ਼ੀਰ ਦਾ। ਅੱਛਾ। ਤੇ ਤੁਹਾਨੂੰ ਪਿਛਲੀ ਹਕੂਮਤ 'ਚ ਕੁਝ ਲੱਭਿਆ ਹੋਵੇ, ਕੋਈ ਪੈਸੇ ਲੱਭੇ ਹੋਣ, ਕੋਈ ਬੇਨਜ਼ੀਰ ਵੱਲੋਂ ਕੋਈ ਸਪੋਰਟ ਲੱਭੀ ਹੋਵੇ? ਨਹੀਂ ਕੁਛ ਕੱਖ ਨਹੀਂ ਲੱਭਿਆ ਤੇ ਸਾਨੂੰ। ਹੁਣ ਜਿਹੜੇ ਅਹਿਸਾਸ ਪ੍ਰੋਗਰਾਮ ਤੇ ਖਵਾਤੀਨ ਨੂੰ ਪੈਸੇ ਮਿਲਦੇ ਪਏ, ਤੁਹਾਡੇ ਦੋਵੇਂ ਧੀਆਂ ਨੂੰ ਜਾਂ ਤੁਹਾਨੂੰ ਕਿਸੇ ਨੂੰ ਮਿਲਦਾ ਹੋਵੇ? ਕਿਸੇ ਦਾ ਕਾਰਡ ਨਹੀਂ ਬਣਿਆ? ਨਹੀਂ ਕਾਰਡ ਕਿਸੇ ਦਾ ਨਹੀਂ ਬਣਿਆ। ਤੇ ਮਾਂ ਜੀ ਜਿਹੜੇ ਅਦਾਰੇ ਤੁਹਾਨੂੰ ਦੇਖ ਰਹੇ ਨੇ, ਜਿਹੜੇ ਲੋਕ ਤੁਹਾਨੂੰ ਵੇਖਦੇ ਪਏ ਨੇ, ਬਹੁਤ ਸਾਰੇ ਮੁਖੱਈਰ ਹਜ਼ਰਾਤ ਜਿਹੜੇ ਗਰੀਬਾਂ ਨਾਲ ਤਾਵਨ ਕਰਦੇ ਨੇ, ਉਹਨਾਂ ਦੇ ਨਾਮ ਤੁਸੀਂ ਆਪਦਾ ਕੀ ਮੈਸੇਜ ਦਿਓਗੇ? ਜੇ ਕਿਸੇ ਨੂੰ ਸਰਦਾ ਤਾਂ ਅੱਲਾ ਵਾਸਤੇ ਕੋਈ ਦੇ ਜਾਂਦਾ, ਨਹੀਂ ਤਾਂ ਨਹੀਂ ਸਾਨੂੰ ਕੋਈ ਨਹੀਂ ਦਿੰਦਾ, ਸਾਨੂੰ ਬੱਚਾ ਕੋਈ ਨਹੀਂ ਦਿੰਦਾ। ਜੀ ਨਾਜ਼ਰੀਨ, ਵਾਇਸ ਆਫ ਪੰਜਾਬ ਤੇ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਡਿਸਟ੍ਰਿਕਟ ਪਾਕਪਤਨ ਦੇ ਤਹਿਸੀਲ ਆਰਿਫ ਵਾਲਾ ਦੇ ਇੱਕ ਐਸੇ ਗਰੀਬ ਘਰਾਣੇ ਦੇ ਨਾਲ ਜਿਹੜੀ ਅੰਮਾ ਸਾਡੇ ਨਾਲ ਮਾਂ ਜੀ ਮੌਜੂਦ ਨੇ। ਇਹਨਾਂ ਦੀਆਂ 2 ਬੇਟੀਆਂ ਵਾ। ਇਹ ਅੰਮਾ ਦੀ ਉਮਰ ਤਕਰੀਬਨ 110 ਸਾਲ ਦੇ ਕਰੀਬ ਹੈ ਵਾ। ਇੰਡੀਆ 'ਚ ਜਦੋਂ ਪਾਕਿਸਤਾਨ ਪਹੁੰਚੇ ਤਕਰੀਬਨ 16 ਸਾਲ ਦੀ ਏਜ ਸੀ ਇਹਨਾਂ ਦੀ। ਅੱਜ ਇਹ ਪਾਕਿਸਤਾਨ ਦੇ ਵਿੱਚ ਕਿਸ ਹਾਲ 'ਚ ਜ਼ਿੰਦਗੀ ਗੁਜ਼ਾਰ ਰਹੇ ਨੇ, ਇਹ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਿਆ ਵਾ। ਤੇ ਚੰਦ ਗੱਲਾਂ ਇਹਨਾਂ ਦੀਆਂ ਜਿਹੜੀਆਂ 2 ਬੇਟੀਆਂ ਨੇ ਉਹਨਾਂ ਨਾਲ ਵੀ ਕਰਨੇ ਆ, ਤੇ ਉਹਨਾਂ ਕੋਲੋਂ ਵੀ ਇਹਨਾਂ ਦੇ ਘਰ ਦੇ ਹਾਲਾਤ ਪੁੱਛਦੇ ਆ। ਤੇ ਨਾਲੇ ਤੁਸੀਂ ਨਾਜ਼ਰੀਨ ਇਹ ਵੀ ਸੁਣ ਲਿਆ ਕਿ ਪਾਕਿਸਤਾਨ ਦੇ ਉਹ ਅਦਾਰੇ ਜਿਹੜੇ ਮਹਿਕਮਾ ਜ਼ਕਾਤ ਉਸ਼ਰ ਕਮੇਟੀ ਦੇ ਨਾਲ ਤਾਲੁਕ ਰੱਖਦੇ ਨੇ, ਉਸ ਤੋਂ ਬਾਅਦ ਗੌਰਮੈਂਟ ਨੇ ਜਿਹੜੇ ਅਹਿਸਾਸ ਪ੍ਰੋਗਰਾਮ ਸ਼ੁਰੂ ਕੀਤਾ ਵਾ ਤੁਹਾਡੇ ਤੇ ਸਾਡੇ ਟੈਕਸ ਦੇ ਪੈਸਿਆਂ ਨਾਲ, ਇਸ ਮੁਲਕ ਕੌਮ ਦੀ ਜ਼ਕਾਤ ਦੇ ਨਾਲ, ਉਹ ਕਿਹਨਾਂ ਨੂੰ ਮਿਲ ਰਿਹਾ ਵਾ ਸਾਨੂੰ ਦੀ ਕੋਈ ਸਮਝ ਨਹੀਂ ਆਈ। ਤੁਸੀਂ ਵੀ ਸਾਡੀਆਂ ਪਹਿਲੀਆਂ ਵੀ ਕਾਫੀ ਵੀਡੀਓ 'ਚ ਦੇਖ ਚੁੱਕੇ ਹੋ ਕਿ ਅਸੀਂ ਤੁਹਾਨੂੰ ਉਹ ਘਰਾਣੇ ਗਰੀਬ ਮੁਸਤਹਿਕ ਅਫਰਾਦ ਦਿਖਾਉਂਦੇ ਆ ਕਿ ਜਿਹੜੇ ਇਸ ਮੁਲਕ ਦੇ ਵਿੱਚ ਇੱਕ ਟਾਈਮ ਦੀ ਰੋਟੀ ਖਾਂਦੇ, ਦੂਜੀ ਦਾ ਪਤਾ ਹੀ ਨਹੀਂ ਹੁੰਦਾ ਕਿਦੋਂ ਲੱਭਣੀ ਆ। ਤੇ ਨਾਜ਼ਰੀਨ ਇਹ ਲਮਹਾ ਫਿਕਰੀਆ ਸਾਡੇ ਵਾਸਤੇ, ਸਾਡੀ ਹਕੂਮਤ ਵਾਸਤੇ, ਸਾਡੇ ਹੁਕਮਰਾਨਾਂ ਵਾਸਤੇ ਕਿ ਇਹ ਰਿਆਸਤ ਮਦੀਨਾ ਵਾ, ਤੇ ਇਹ ਉਹਨਾਂ ਰਿਆਸਤ ਮਦੀਨਾ ਦੀ ਰਾਇਆ ਵਾ। ਇੱਥੋਂ ਦੇ ਰਹਿਣ ਵਾਲੇ ਵੋਟਰ ਨੇ ਜਿਹੜੇ ਵੋਟ ਦਿੰਦੇ ਨੇ ਤੇ ਵਜ਼ਾਰਾ ਸਾਡੇ ਤੇ ਮੁਸੱਲਤ ਹੁੰਦੇ ਨੇ। ਨਾਜ਼ਰੀਨ ਇਸ ਮੁਲਕ ਦੇ ਵਿੱਚ ਗੋਰੀ ਨਾਲ ਮਾਰਨ ਵਾਲਾ ਬੰਦਾ ਦਹਿਸ਼ਤਗਰਦ ਆ ਤੇ ਜਮਹੂਰੀਅਤ ਨਾਲ ਮਾਰਨ ਵਾਲਾ ਸਿਆਸਤਦਾਨ ਆ। ਅਗਰ ਉਹ ਸਿਆਸਤਦਾਨ ਜਮਹੂਰੀਅਤ ਕਰਕੇ ਇਹਨਾਂ ਨੂੰ ਭੁੱਖ ਨਾਲ ਮਾਰ ਰਹੇ ਨੇ ਤੇ ਖੁਦਾਰਾ ਸਾਨੂੰ ਐਵੇਂ ਦੀ ਰਿਆਸਤ ਮਦੀਨਾ ਤੇ ਐਵੇਂ ਦੇ ਹੁਕਮਰਾਨ ਨਹੀਂ ਚਾਹੀਦੇ। ਸਾਨੂੰ ਉਹ ਰਿਆਸਤ ਮਦੀਨਾ ਚਾਹੀਦੀ ਆ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹਾ ਵਾਲੀ, ਜਿਨ੍ਹਾਂ ਨੇ ਕਿਹਾ ਸੀ ਕਿ ਦਰਿਆ ਫਰਾਗ ਦੇ ਕਿਨਾਰੇ ਕੁੱਤਾ ਵੀ ਭੁੱਖਾ ਮਰ ਗਿਆ ਤੇ ਕੱਲ ਕਿਆਮਤ ਵਾਲੇ ਦਿਨ ਅੱਲਾਹ ਦੇ ਹਾਂ ਉਮਰ ਫਾਰੂਕ ਜਵਾਬ ਦੇ ਹੋਏਗਾ ਕੁੱਤਾ ਕਿਉਂ ਮਰਿਆ। ਇੱਥੇ ਆਵਾਮ ਮਰ ਰਹੀ ਹੈ ਤੇ ਕੋਈ ਨਹੀਂ ਦੇਖ ਰਿਹਾ। ਮਾਂ ਜੀ ਅਸੀਂ ਤੁਹਾਡੇ ਘਰ ਆਏ ਹਾਂ, ਸਾਡੀ ਟੀਮ ਨੂੰ ਪਤਾ ਲੱਗਿਆ ਕਿ ਤੁਹਾਡਾ ਇਸ ਮੁਹੱਲੇ ਦੇ ਵਿੱਚ ਇੱਕ ਗਰੀਬ ਘਰਾਨਾ ਵਾ। ਤੁਹਾਡੀ ਵਾਲਦਾ ਅੱਖਾਂ ਤੋਂ ਵੀ ਨਬੀਨੇ ਨੇ ਜਿਨ੍ਹਾਂ ਦੀ ਉਮਰ 110 ਸਾਲ ਆ। ਤੁਸੀਂ ਇਹਨਾਂ ਨੂੰ ਕਮਾ ਕੇ ਖਵਾਉਂਦੇ ਪਏ ਹੋ, ਤੁਹਾਡੇ ਘਰ 'ਚ ਕੋਈ ਵੀ ਮਰਦ ਨਹੀਂ ਹੈਗਾ ਕਮਾਉਣ ਵਾਲਾ। ਤੁਹਾਡੀ ਜ਼ਿੰਦਗੀ ਕਿਵੇਂ ਲੰਘਦੀ ਪਈ ਹੈ? ਅਸੀਂ ਵੀਰੇ ਭੈਣਾਂ ਭਰਾ ਲੋਕ ਜਿਹੜੇ ਨੇ ਕੋਈ ਦੇ ਜਾਂਦਾ, ਕੋਈ ਨਹੀਂ ਦੇ ਕੇ ਜਾਂਦਾ। ਜੇ ਕੋਈ ਕਿਸੇ ਦੀ ਰਜਾਈ ਭਾਵੇਂ ਸੀ ਲਈਏ, ਹੁਣ ਤੇ ਕੰਮ ਵੀ ਨਹੀਂ ਹੁੰਦਾ ਕਿ ਕੰਮ ਕੁਮ ਕਰ ਲਈਦਾ ਸੀ। ਹੁਣ ਆ ਚੋਟ ਲੱਗੀ, ਹੁਣ ਕੰਮ ਨਹੀਂ ਹੁੰਦਾ। ਮਾਈ ਅੱਖਾਂ ਤੋਂ ਮਥਾਜ ਹੈ, ਉਹ ਬੈਠੀ ਨਹੀਂ ਜਾਂਦੀ, ਉੱਠਿਆ ਨਹੀਂ ਜਾਂਦਾ। ਆਪ ਫੜ ਕੇ ਗਾਂਹ ਪਿਛਾਂ ਕਰਦੀ, ਜਾਂ ਉਹਨੂੰ ਫੜਾਂ ਸੰਭਾਲਾਂ ਜਾਂ ਮੈਂ ਮਿਹਨਤ ਮਨਜ਼ੂਰੀ ਕਰਾਂ। ਮੈਂ ਕਿਹੜੇ ਪਾਸੇ ਜਾ? ਅੱਗੇ ਮੈਂ ਮਿਹਨਤ ਮਨਜ਼ੂਰੀ ਕਰਦੀ ਸੀ, ਖਾਂਦੀ ਸੀ, ਇਹਨੂੰ ਵੀ ਸੰਭਾਲਦੀ। ਹੁਣ ਮੇਰੇ ਕੋਲ ਨਹੀਂ ਆਏ, ਹੁਣ ਲੋਕੀ ਦੇ ਜਾਂਦੇ ਤੇ ਅਸੀਂ ਖਾ ਲਈਦਾ।
ਫਾਕੇ ਵੀ ਕੱਟ ਰਹੇ ਹੋ? ਹਾਂਜੀ ਫਾਕੇ ਵੀ ਕੱਟ ਰਹੇ ਆ। ਤੇ ਮਾਂ ਜੀ, ਅਗਰ ਤੁਸੀਂ ਤਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਮਾਉਂਦੇ ਸੀ ਤੇ ਤੁਹਾਡੀ ਵਾਲਦਾ ਤੁਸੀਂ ਘਰ ਦੇ ਵਿੱਚ ਖਾਣਾ ਖਾਂਦੇ ਸੀ, ਹਾਂਜੀ ਤੁਹਾਡਾ ਐਡਾ ਵੱਡਾ ਮੁਹੱਲਾ ਵਾ, ਇੰਨੇ ਹਜ਼ਾਰਾਂ ਦੀ ਤਾਦਾਦ 'ਚ ਇੱਥੇ ਘਰ ਨੇ, ਤੁਹਾਡੇ ਨਾਲ ਕੋਈ ਮਹੱਲੇ ਵਾਲੇ ਤਾਵੁਨ ਨਹੀਂ ਕਰਦੇ? ਮਹੱਲੇ ਵਾਲਾ ਤਾਮਨ ਕੀ ਕਰਨੇ, ਆਪ ਉਹੋ ਜਿਹੇ ਨੇ, ਇਹਨਾਂ ਨੇ ਕਰਨਾ, ਆਪੋ ਡੰਗੋ ਡੰਗ ਕਰਦੇ ਨੇ। ਯਾਨੀ ਕਿ ਸਾਰੇ ਇੱਥੇ ਗਰੀਬ ਗੁਰਬਾਈ ਹਾਂ, ਨੇ? ਗਰੀਬ ਗੁਰਬਾ ਬਹੁਤ ਗਰੀਬ ਬੰਦੇ ਨੇ, ਸਾਰੇ ਮਿਹਨਤੀ ਕਰਦੇ, ਲੋਕਾਂ ਦੇ ਭਾਂਡੇ ਮਾਂਜਦੇ, ਰੋਟੀਆਂ ਖਾਂਦੇ ਨੇ, ਤੇ ਉਹ ਵੀ ਕੋਈ ਪੈਸਾ ਦਿੰਦਾ ਕੋਈ ਨਹੀਂ ਦਿੰਦਾ, ਕਿਸੇ ਵੇਲੇ ਵਾਧਾ ਦੇ ਦਿੰਦੇ, ਕਿਸੇ ਵੇਲੇ ਦਿੰਦੇ ਹੀ ਨਹੀਂ, ਤੇ ਅੱਜ ਦਿੰਦੇ ਕੱਲ ਦਿੰਦੇ, ਇਸੇ ਤਰ੍ਹਾਂ ਕਰਦੇ ਆ। ਹੁਣ ਤੁਹਾਡੇ ਹੱਥ ਤੇ ਚੋਟ ਲੱਗੀ ਆ, ਹਾਂਜੀ ਤੁਸੀਂ ਜ਼ਾਹਰ ਆ ਤੁਸੀਂ ਵੀ 3 ਟਾਈਮ ਰੋਟੀ ਖਾਣੀ ਆ, ਮਾਂ ਜੀ ਵੀ ਤੁਹਾਡੀ ਜ਼ਈਫ ਆ, ਤੁਸੀਂ ਉਹਨਾਂ ਨੂੰ ਸੰਭਾਲਣਾ ਵੀ ਆ, ਤੇ ਬੇਨਜ਼ੀਰ ਇਨਕਮ ਸਪੋਰਟ ਦੇ ਪ੍ਰੋਗਰਾਮ ਦੇ ਪੈਸੇ ਬਹੁਤ ਲੋਕਾਂ ਨੂੰ ਮਿਲਦੇ ਪਏ ਨੇ, ਉਸ ਤੋਂ ਬਾਅਦ ਅਹਿਸਾਸ ਪ੍ਰੋਗਰਾਮ ਦੇ ਪੈਸੇ ਲੋਕਾਂ ਨੂੰ ਮਿਲਦੇ ਪਏ ਨੇ। ਤੁਹਾਡਾ, ਤੁਹਾਡੀ ਭੈਣ ਦਾ, ਤੁਹਾਡੀ ਵਾਲਦਾ ਦਾ ਕਿਸੇ ਦਾ ਕਾਰਡ ਬਣਿਆ ਹੋਵੇ, ਕਿਸੇ ਨੂੰ ਪੈਸੇ ਲੱਭੇ ਹੋਣ? ਨਹੀਂ, ਕਿਸੇ ਨੂੰ ਨਹੀਂ ਲੱਭਿਆ। ਕਿਸੇ ਨੂੰ ਨਹੀਂ ਲੱਭਿਆ, ਕਾਰਡ ਨਹੀਂ ਬਣਿਆ ਹੈਗਾ, ਕਾਰਡ ਕੋਈ ਨਹੀਂ ਬਣਿਆ। ਤੇ ਮਾਂ ਜੀ, ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਨੇ, ਮੁਖੱਈਰ ਹਜ਼ਰਾਤ ਤੁਹਾਨੂੰ ਦੇਖ ਰਹੇ, ਜਿਹੜੇ ਲੋਕਾਂ ਨਾਲ ਤਾਵੁਨ ਕਰਦੇ ਨੇ, ਹਾਂਜੀ ਉਹਨਾਂ ਦੇ ਨਾਮ ਤੁਸੀਂ ਆਪਦਾ ਕੀ ਪੈਗਾਮ ਦਿਓਗੇ? ਪੈਗਾਮ ਇਹ ਦੇਵਾਂਗੇ ਵੀ ਸਾਨੂੰ ਦਿਓ, ਸਾਨੂੰ ਸੰਭਾਲੋ, ਸਾਡੇ ਕੋਲ ਤਾਂ ਕੋਈ ਕਮਾਉਣ ਵਾਲਾ ਕੋਣੀ, ਅਸੀਂ ਤਾਂ ਕਿੱਧਰ ਜਾਈਏ, ਗਰੀਬ ਬੰਦੇ, ਛੱਤ ਵੀ ਕੋਣੀ ਦੀ ਹੈਗੀ, ਛੱਤ ਵੀ ਕੋਣੀ ਹੈਗੀ, ਵੀ ਜਿਹੜੀ ਛੱਤ ਹੋਵੇ, ਵੀ ਅਸੀਂ ਛੱਤ ਨੂੰ ਆਪਦੀ ਨੂੰ ਵੀ ਸੰਭਾਲ ਕੇ ਜਾਂ ਕਿਸੇ ਨੂੰ ਕਿਰਾਏ ਤੇ ਦੇ ਦਈਏ, ਜਾਂ ਅਸੀਂ ਇਸਤੇਮਾਲ ਕਰ ਲਈਏ। ਜਦੋਂ ਮੀਂਹ ਆਉਂਦਾ ਉਦੋਂ ਅੱਧੇ ਭੇਜ ਜਾਈਦਾ, ਅੱਧੇ ਅਸੀਂ ਸਮਾਨ ਮਾੜਾ ਮੋਟਾ ਜਿਹੜਾ ਹੈਗਾ ਉਹ ਵੀ ਭੇਜ ਜਾਂਦਾ, ਰੋਟੀ ਪਾਣੀ ਵੀ ਭੇਜ ਜਾਂਦੀ ਹੈਗੀ ਹੈ, ਤੇ ਫਿਰ ਰੋਟੀ ਪਕਾਉਣ ਤੋਂ ਵੀ ਤੰਗ ਹੋ ਜਾਈਦਾ, ਕਿਤੇ ਰੋਟੀ ਵੀ ਨਹੀਂ ਪਕਣ ਨੂੰ ਜਗ੍ਹਾ ਹੈਗੀ, ਵੀ ਕੋਈ ਛੱਤ ਹੋਵੇ ਤਾਂ ਉਹਦੇ ਥੱਲੇ ਰੋਟੀ ਪਕਾ ਲਈਏ। ਮਾਂ ਜੀ, ਅਸੀਂ ਤੁਹਾਡਾ ਨੰਬਰ ਜਿਹੜਾ ਤੁਹਾਡੇ ਮੋਬਾਈਲ ਦਾ ਨੰਬਰ ਆ ਆਪਦੀ ਸਕਰੀਨ ਤੇ ਦੇ ਰਹੇ ਹਾਂ, ਹਾਂਜੀ ਤਾਂ ਕਿ ਲੋਕ ਤੁਹਾਡੇ ਨਾਲ ਤਾਵੁਨ ਕਰਨ। ਹਾਂਜੀ, ਤਾਮਨ ਕਰਨ, ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਾਡੇ ਨਾਲ ਭੈਣਾਂ ਭਰਾ ਕੋਈ ਤਾਮਨ ਕਰਨ, ਅਸੀਂ ਉਹਨਾਂ ਦੇ ਬੜੇ ਬਰਖਤਦਾਰ ਹੋਵਾਂਗੇ, ਅਸੀਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਾਂਗੇ। ਅੱਲਾ ਪਾਕ ਦਾ ਪਹਿਲਾਂ ਸ਼ੁਕਰੀਆ, ਬਾਅਦ 'ਚ ਉਹਨਾਂ ਦਾ ਸ਼ੁਕਰੀਆ। ਅੱਲਾ ਦੀ ਮਖਲੂਕ ਦੇ ਨਾਲ ਮੁਹੱਬਤ ਕਰਨਾ, ਇਹਨਾਂ ਦੇ ਨਾਲ ਸ਼ਫਕਤ ਕਰਨਾ ਸਭ ਤੋਂ ਵੱਡੀ ਇਬਾਦਤ ਆ, ਤੇ ਅੱਲਾ ਨੂੰ ਵੀ ਉਹ ਲੋਕ ਪਸੰਦ ਨੇ ਜਿਹੜੀ ਅੱਲਾ ਦੀ ਮਖਲੂਕ ਨਾਲ ਮੁਹੱਬਤ ਕਰਦੇ ਨੇ। ਪਾਕਿਸਤਾਨ ਦੀ ਉਹ ਰਾਇਆ ਵਾ ਜਿਹੜੀ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੇ, ਜਿਹੜੇ ਜਾ ਕੇ ਸੜਕਾਂ 'ਚ ਮੰਗਦੇ ਨਹੀਂਗੇ, ਤੇ ਇਹ ਲੋਕ ਉਹ ਮੁਸਤਹਿਕ ਲੋਕ ਨੇ ਜਿਨ੍ਹਾਂ ਨੂੰ ਆਪਾਂ ਜ਼ਕਾਤ ਤੇ ਖੈਰਾਤ ਦਈਏ ਤੇ ਅੱਲਾ ਦੇ ਹਾਂ ਡਾਇਰੈਕਟ ਪਹੁੰਚਦੀ ਆ। ਬੇਸ਼ੱਕ ਅੱਲਾ ਦੀ ਮਖਲੂਕ ਦੇ ਨਾਲ ਮੁਹੱਬਤ ਕਰਨ ਵਾਲਾ ਅੱਲਾ ਦੇ ਨਜ਼ਦੀਕ ਤਰੀਨ ਆ, ਔਰ ਖਿਦਮਤ ਇਨਸਾਨੀਅਤ ਵੀ ਇਹੀ ਆ, ਫਲਾਹ ਇਨਸਾਨੀਅਤ ਵੀ ਇਹੀ ਆ ਕਿ ਇਹਨਾਂ ਲੋਕਾਂ ਦਾ ਖਿਆਲ ਕੀਤਾ ਜਾਵੇ, ਜਿਹੜੇ ਆਪਣੇ ਇੱਥੋਂ ਦੇ ਰਹਿਣ ਵਾਲੀ ਰਾਇਆ ਵਾ ਮੁਸਲਮਾਨ ਭਾਈ ਨੇ, ਇਹਨਾਂ ਦਾ ਖਿਆਲ ਕੀਤਾ ਜਾਵੇ, ਔਰ ਆਪਦੀ ਜ਼ਕਾਤ, ਉਸ਼ਰ ਸਦਕਾਤ ਇਵੇਂ ਦੇ ਲੋਕਾਂ ਨੂੰ ਦਿੱਤੀ ਜਾਵੇ ਜਿਹੜੇ ਅਸਲ ਮੁਸਤਹਿਕ ਨੇ। ਇਨਸ਼ਾਅੱਲਾ ਵਾਇਸ ਆਫ ਪੰਜਾਬ ਦੀ ਟੀਮ ਬਹੁਤ ਜਲਦ ਤੁਹਾਨੂੰ ਪਾਕਿਸਤਾਨ ਦੇ, ਪੰਜਾਬ ਦੇ ਇੱਕ ਨਵੀਂ ਦਾਸਤਾਨ ਦੇ ਨਾਲ, ਇੱਕ ਨਵੇਂ ਪਾਕਿਸਤਾਨੀ ਸ਼ਹਿਰੀਆਂ ਦੇ ਨਾਲ ਮਿਲਵਾਵੇਗੀ, ਜਿਹੜੇ ਇਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਨੇ। ਕੈਮਰਾਮੈਨ ਅਜ਼ਾਨ ਸੇਠੀ ਦੇ ਨਾਲ ਹਾਫਿਜ਼ ਖਾਲਿਦ, ਵਾਇਸ ਆਫ ਪੰਜਾਬ, ਡਿਸਟ੍ਰਿਕਟ ਪਾਕਪਤ।